सतगुरु जी इस शब्द द्वारा की समझाना कर रहे हैं। गोबिंद हम ऐसे अपराधी है वाहिगुरु, असी ऐसे पापी हाँ अपराधी हाँ। जियो पिंड जिन प्रभ जियो पिंड था दिया, तिसकी भाव भगत नहीं साधी। जिसने परमात्मा ने सानू ये शरीर दिता है, ये श्वास दिते ने, ये सारियां दातां दित्तियां ने, उस वाहिगुरु का सिमरन नहीं करते। आखो सतनाम। ਉਹਦਾ ਨਾਮ नहीं जपते। ਅਸੀਂ ऐसे पापी हाँ, दातां लैके दाते नूं ही भुल जाते हाँ। ਅਸੀਂ ऐसे अपराधी हाँ। कवन काज सिरजे जग भीतर, जन्म कवन फल पाया। ਕਿਹੜੇ ਕੰਮਾਂ ਲਈ ਤੈਨੂੰ ਜਗਤ ਦੇ ਵਿੱਚ ਪ੍ਰਮਾਤਮਾ ਨੇ ਭੇਜਿਆ ਸੀ। ਤੇ ਸਤਿਗੁਰੂ ਜੀ ਕਹਿੰਦੇ ਤੂੰ ਕੀ ਖੱਟਿਆ ਹੈ ਹੁਣ ਤੱਕ ਲਾਈਫ ਦੇ ਵਿੱਚ, ਤੂੰ ਕਿੰਨੀ ਕਮਾਈ ਕੀਤੀ ਹੈ ਨਾਮ ਦੀ, ਕਦੇ ਹਿਸਾਬ ਕੀਤਾ ਹੈ। ਹਰ ਇੱਕ ਗੱਲ ਦਾ ਹਿਸਾਬ ਰੱਖਦਾ ਹੈ, ਕਦੇ ਇਹ ਵੀ ਹਿਸਾਬ ਰੱਖਿਆ ਕਰ ਤੇਰੀ ਕਿੰਨੀ ਉਮਰ ਹੋ ਗਈ, ਤੂੰ ਹੁਣ ਤੱਕ ਨਾਮ ਕਿੰਨਾ ਜਪਿਆ ਹੈ। ਆਖੋ ਸਤਨਾਮ। ਭਾਵ ਨਿਤ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। जिस वाहिगुरु ने तेनू इस संसार समुंदर तो तारना है, तेनू मन इच्छत फल देंदा है जिहड़ा वाहिगुरु। तू एक निमख एक सेकंड एक मिनट भी उहदे चरनां विच मन नहीं जोड़िया। ऐ वाहिगुरु हम ऐसे अपराधी, असीं ऐसे पापी हैं। पर धन पर तन परती निंदा, पर अपवाद ना छूटै ऐ दाता। पराया धन पराई चुगली निंदिया विकारां दे विच मेरा मन फसिया पिया है। इतों मेरा खैड़ा ही नहीं छुटदा। आवा गमन होत है फुन फुन, ए पर संग न टुटै मुड़ मुड़ के। ਇਹ ਜਿਹੜੀ ਚੁਗਲੀ ਨਿੰਦਿਆ ਵਿਸ਼ੇ ਵਿਕਾਰਾਂ ਦੇ ਵਿੱਚ ਮੈਂ ਫਸਿਆ ਪਿਆ ਸਤਿਗੁਰੂ ਜੀ, ਇਹਨਾਂ ਦੇ ਕਰਕੇ ਹੀ ਮੈਂ ਜਨਮ ਮਰਨ ਦੇ ਗੇੜ ਵਿੱਚੋਂ ਨਿਕਲ ਨਹੀਂ ਸਕਦਾ। ਆਖੋ ਸਤਨਾਮ। ਆਵਾ ਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੈ ਮਰਨ ਜਨਮ ਦੇ ਗੇੜ ਵਿੱਚ ਹੀ ਫਸਿਆ ਰਹਿੰਦਾ ਹੈ। ਤੇ 84 ਵਾਲਾ ਗੇੜ ਮੁੱਕਦਾ ਹੀ ਨਹੀਂ। जेह घर कथा होत हर संतन, एक निमख न कीनो मैं फेरा। जिथे तेरा नाम जपया जाता है, जिथे तेरी संगत होती है, उत्थे ते मेरा मन लगता ही नहीं। आखो सतनाम श्री। देखते हैं ना सारी संगत उठ के थले चली गई है। मन किन्हां दा लगता है गुरु चरनां विच, जिन्हां ते गुरु की कृपा है। क्योंकि गुरु चरनां विच ओही बैठते ने। ये है मान सरोवर, गुरु का दरबार है मान सरोवर। ते मान सरोवर ते कौन बैठते ने? हंस। हंसा दा खाना की है? हीरे मोती। ते बगलियां दा खाना की है? बगला डड्डियां मच्छियां लभदा है, ओहदा खाना है। ਤੇ ਜਿਹੜਾ ਮਨਮੁਖ ਬੰਦਾ ਹੁੰਦਾ ਹੈ ਨਾ, ਜਿਹੜਾ ਰੱਬ ਤੋਂ ਦੂਰ ਵਿਛੜਿਆ ਹੋਇਆ, ਉਹ ਜੇ ਮਾਨ ਸਰੋਵਰ ਤੇ ਆ ਕੇ ਬੈਠ ਵੀ ਜਾਵੇ ਤੇ ਉਹਨੇ ਹੀਰੇ ਮੋਤੀ ਨਹੀਂ ਚੁਗਣੇ, ਉਹਨੇ ਡੱਡੀਆਂ ਮੱਛੀਆਂ ਲੱਭਣੀਆਂ ਨੇ। ਮਨਮੁਖ ਬੰਦੇ ਦੀ ਵੀ ਇਹ ਨਿਸ਼ਾਨੀ ਹੈ, ਉਹ ਸੰਗਤ ਵਿੱਚ ਬੈਠ ਵੀ ਜਾਵੇ ਨਾ ਆ ਕੇ, ਉਹਦਾ ਮਨ ਨਹੀਂ ਜੁੜਦਾ। ਬਾਣੀ ਪੜ੍ਹ ਰਹੇ ਹਾਂ, ਕੀਰਤਨ ਚੱਲ ਰਿਹਾ, ਗੁਰੂ ਸਾਹਮਣੇ ਬੈਠੇ ਨੇ, ਉਹਦਾ ਮਨ ਕਿਤੇ ਹੋਰ ਹੀ ਭਟਕਦਾ ਫਿਰਦਾ। ਤੇ ਉਹਨੇ ਮਨਮੁਖ ਬੰਦੇ ਨੇ, ਬਗਲੇ ਵਾਲੀ ਬਿਰਤੀ ਨੇ ਕੀ ਲੱਭਣਾ ਹੈ? ਵੀ ਕਮੀ ਕਿੱਥੇ ਹੈ, ਕੀ ਹੋ ਰਿਹਾ ਹੈ।
ਬਾਅਦ 'ਚ ਜਾ ਕੇ ਥੱਲੇ ਗੱਲਾਂ ਵੀ ਕਰਨੀਆਂ ਨੇ ਨਾ। ਉਹਦੀ ਬਿਰਤੀ ਉਸੀ ਹੈ ਬਗਲੇ ਵਾਲੀ। ਪਰ ਜਿਹੜੇ ਮਾਨ ਸਰੋਵਰ ਤੇ ਬੈਠ ਕੇ ਗੁਰੂ ਸੰਗਤ ਵਿੱਚ ਬੈਠ ਕੇ ਹੰਸ ਬਣਦੇ ਨੇ ਨਾ, ਤੇ ਬਾਣੀ ਦਾ ਇੱਕ ਇੱਕ ਅੱਖਰ ਹੀਰੇ ਮੋਤੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਇੱਕ ਅੱਖਰ ਉਹਨਾਂ ਨੇ ਵੇਖਣਾ ਹੈ। ਬਾਣੀ ਸ਼ਬਦ ਪੜ੍ਹਿਆ ਜਾ ਰਿਹਾ ਸੀ, ਭੋਗ ਦੇ ਸ਼ਲੋਕ ਵਿੱਚ ਗੁਰੂ ਜੀ ਕੀ ਕਹਿ ਰਹੇ ਸੀ। ਗੁਰੂ ਜੀ ਸਾਹਮਣੇ ਬੈਠੇ, ਉਹਨੇ ਬਸ ਮਨ ਚੰਗੀਆਂ ਗੱਲਾਂ, ਉਹਨੇ ਚੰਗੀਆਂ ਗੱਲਾਂ ਕੈਚ ਕਰਨੀਆਂ ਨੇ, ਕਿਉਂਕਿ ਗੁਰੂ ਕੋਲ ਕੁਝ ਲੈਣ ਆਉਣਾ ਹੈ। ਜਦੋਂ ਵੀ ਆਉਂਦੇ ਹਾਂ ਨਾ, ਗੁਰੂ ਕੋਲ ਕੁਝ ਲੈ ਕੇ ਜਾਣਾ ਹੈ। ਜਦੋਂ ਗੁਰੂ ਘਰ ਆ ਕੇ ਕੋਈ ਮਾੜੀ ਗੱਲ ਵੀ ਮੂੰਹ ਵਿੱਚੋਂ ਕੱਢ ਦਿੱਤੀ ਨਾ, ਲੈ ਕੇ ਤੇ ਕੀ ਜਾਣਾ ਸੀ, ਜਿਹੜਾ ਪੱਲੇ ਸੀ ਉਹ ਵੀ ਖਵਾ ਲਿਆ ਹੈ। ਆਖੋ ਸਤਨਾਮ ਸ੍ਰੀ। ਬਾਹਰ ਗਲਤੀ ਕਰਦੇ ਹਾਂ, ਗੁਰੂ ਘਰ ਆ ਕੇ ਆਪਾਂ ਬਖਸ਼ਾਉਂਦੇ ਹਾਂ, ਅਰਦਾਸਾਂ ਕਰਦੇ ਹਾਂ, ਤੇ ਪਰ ਜੇ ਗੁਰੂ ਘਰ ਵਿੱਚ ਗਲਤੀ ਕੀਤੀ, ਉਹ ਬਖਸ਼ਾਣੀ ਕਿੱਥੇ ਹੈ? ਇਸ ਤੋਂ ਅੱਗੇ ਤੇ ਕੋਈ ਦਾਰੀ ਨਹੀਂ। ਇਸ ਕਰਕੇ ਆਪਾਂ ਹੰਸ ਬਣਨਾ ਹੈ, ਹੰਸ। ਤੇ ਬਾਣੀ ਦਾ ਇੱਕ ਇੱਕ ਅੱਖਰ ਹੀਰੇ ਮੋਤੀਆਂ ਨਾਲੋਂ ਵੀ ਮਹਿੰਗਾ ਹੈ। ਆਪਾਂ ਹੀਰੇ ਮੋਤੀ ਚੁਣਨੇ ਨੇ। ਸੋ ਭਾਗਾਂ ਵਾਲਿਆਂ ਨੂੰ ਇਹ ਸੰਗਤ ਮਿਲਿਆ ਕਰਦੀ ਹੈ, ਸਾਰਿਆਂ ਦੇ ਕਰਮਾਂ ਵਿੱਚ ਨਹੀਂ। ਤੇ ਸਤਿਗੁਰੂ ਜੀ ਕਹਿੰਦੇ, ਜਿਹੇ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਜਿੱਥੇ ਤੇਰੀ ਬਾਣੀ ਪੜ੍ਹੀ ਜਾਂਦੀ ਹੈ, ਤੇਰਾ ਕੀਰਤਨ ਹੁੰਦਾ ਹੈ, ਤੇਰੀ ਵਿਚਾਰ ਹੁੰਦੀ ਹੈ, ਦਾਤਾ ਮੇਰਾ ਤੇ ਉੱਥੇ ਮਨ ਲੱਗਦਾ ਹੀ ਨਹੀਂ। ਜਿਹੜੇ ਬਗਲੇ ਰੂਪੀ ਬਿਰਤੀ ਵਾਲੇ ਨਾ, ਉਹਨਾਂ ਦਾ ਸੰਗਤ ਵਿੱਚ ਮਨ ਨਹੀਂ ਜੇ ਲੱਗਦਾ। ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਮਨ ਲੱਗਦਾ ਕਿੱਥੇ? ਅਗਲੀ ਪੰਕਤੀ ਵਿੱਚ ਦੱਸ ਰਹੇ ਨੇ, ਕਹਿੰਦੇ ਲੰਪਟ ਚੋਰ ਦੂਤ ਮਤ ਵਾਰੇ, ਤਿੰਨ ਸੰਗ ਸਦਾ ਬਸੇਰਾ। ਉਹਨਾਂ ਦਾ ਮਨ ਲੱਗਦਾ ਹੈ ਵਿਸ਼ਾਈ ਕਰਮਾਂ ਵਿੱਚ। ਚੋਰ, ਬਦਮਾਸ਼, ਸ਼ਰਾਬੀ, ਕਬਾਬੀ, ਮਾੜੇ ਜਿਹੜੇ ਕੰਮਾਂ ਵਿੱਚ ਫਸੇ ਨੇ, ਉਹਨਾਂ ਵਿੱਚ ਬੈਠਣਾ ਉਹਨੂੰ ਚੰਗਾ ਲੱਗਦਾ ਹੈ। ਸੰਗਤ ਨਹੀਂ ਕਰਨੀ ਚੰਗੀ ਲੱਗਦੀ। ਜਿਨ੍ਹਾਂ ਦੇ ਗੁਰੂ ਦੀ ਕਿਰਪਾ ਹੈ, ਉਹਨਾਂ ਨੂੰ ਸੰਗਤ ਚੰਗੀ ਲੱਗਦੀ ਹੈ। ਗੁਰੂ ਕੋਲ ਬੈਠ ਕੇ ਗੁਰੂ ਦਾ ਜਸ ਗਾਣਾ ਸੁਣਨਾ ਚੰਗਾ ਲੱਗਦਾ ਹੈ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ। ਕਾਮ ਕ੍ਰੋਧ ਮਾਇਆ ਮੋਹ ਅਹੰਕਾਰ ਈਰਖਾ, ਇਹੀ ਮੇਰੇ ਪੱਲੇ ਹੈ, ਹੋਰ ਕੋਈ ਪੱਲੇ ਨਹੀਂ। ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਹੀਂ ਐ ਦਾਤਾ। ਦਇਆ ਧਰਮ ਸੇਵਾ, ਇਹ ਤੇ ਮੇਰੇ ਸੁਪਨੇ ਵਿੱਚ ਵੀ ਕਦੇ ਖਿਆਲ ਨਹੀਂ ਆਇਆ। ਆਖੋ ਸਤਨਾਮ ਸ੍ਰੀ। ਦੀਨ ਦਿਆਲ ਕਿਰਪਾਲ ਦਮੋਦਰ, ਭਗਤ ਵਸ਼ਲ ਭੈ ਹਾਰੀ। ਐ ਦਇਆ ਕਰਨ ਵਾਲੇ ਦੀਨ ਦਿਆਲ ਠਾਕੁਰ, हे ਭਗਤੀ ਦੇ ਨਾਲ ਪਿਆਰ ਕਰਨ ਵਾਲੇ ਸਤਿਗੁਰ, ਕਿਰਪਾ ਕਰ ਕਹਿਤ ਕਬੀਰ। ਭੀਰ ਜਨ ਰਾਖੋ ਹਰ ਸੇਵਾ ਕਰੋ ਤੁਮਾਰੀ। ਐ ਦਾਤਾ ਸਾਨੂੰ ਆਪਣੇ ਦਾਸ ਬਣਾ ਲੈ, ਐਸੀ ਕਿਰਪਾ ਕਰ ਮੈਂ ਸਦਾ ਤੇਰੀ ਬੰਦਗੀ ਕਰਦਾ ਰਿਹਾ ਕਰਾਂ। ਆਖੋ ਸਤਨਾਮ ਸ੍ਰੀ। ਸਦਾ ਤੇਰੀ ਬੰਦਗੀ ਕਰਦਾ ਰਿਹਾ ਕਰਾਂ, ਉੱਠਦਾ ਬਹਿੰਦਾ ਤੇਰਾ ਜਸ ਸਦਾ ਗਾਉਂਦਾ ਰਿਹਾ ਕਰਾਂ। ਦਾਤਾ ਐਸੀ ਕਿਰਪਾ ਕਰ। ਇਸੇ ਕਰਕੇ ਸਤਿਗੁਰੂ ਜੀ ਕਹਿ ਰਹੇ ਨੇ, ਆਓ ਸ਼ਬਦ ਨਾਲ ਜੁੜਨਾ ਕਰੀਏ। ਗੋਬਿੰਦ ਹਮ ਐਸੇ ਅਪਰਾਧੀ, ਹਮ ਐਸੇ
ਇਹ ਦਾਤਾਂ ਦਿੱਤੀਆਂ ਤਿਸ ਕੀ ਭਾਉ ਭਗਤ ਨਾ ਨਹੀਂ ਸਾਧੀ, ਉਹਦੇ ਨਾਲ ਤੇ ਤੂੰ ਪਿਆਰ ਕੀਤਾ ਹੀ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦਾ ਤੇ ਤੂੰ ਨਾਮ ਜਪਦਾ ਹੀ ਨਹੀਂ। ਦਾਤਾਂ ਲੈ ਕੇ ਦਾਤੇ ਨੂੰ ਵਿਸਾਰ ਦੇਣਾ, ਫਿਰ ਬੜੇ ਦੁੱਖ ਚਿੰਬੜ ਜਾਂਦੇ ਨੇ। ਐਸੇ ਐਸੇ ਦੁੱਖ ਜਿਨ੍ਹਾਂ ਦਾ ਡਾਕਟਰਾਂ ਕੋਲ ਵੀ ਇਲਾਜ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਜਿਹੜੇ ਪ੍ਰਮਾਤਮਾ ਨੂੰ ਵਿਸਾਰ ਦਿੰਦੇ ਨੇ ਨਾ, ਤੇ ਐਸੇ ਐਸੇ ਰੋਗ ਸੋਗ ਜਿਨ੍ਹਾਂ ਨੂੰ ਸੱਦਣ ਦੀ ਵੀ ਲੋੜ ਨਹੀਂ ਪੈਂਦੀ, ਖੰਭ ਲਾ ਕੇ ਉੱਡ ਕੇ ਉਸ ਦੇ ਕੋਲ ਆ ਜਾਂਦੇ ਨੇ, ਜਿਹੜਾ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ, ਆਖੋ ਸਤਨਾਮ। ਤੇ ਜਿਹੜਾ ਵਾਹਿਗੁਰੂ ਦੀ ਬੰਦਗੀ ਕਰਦਾ ਹੈ, ਉੱਠਦਿਆਂ ਬਹਿੰਦਿਆਂ ਸਦਾ ਵਾਹਿਗੁਰੂ ਨੂੰ ਯਾਦ ਰੱਖਦਾ ਹੈ ਨਾ, ਤੇ ਇਹ ਰੋਗ ਸੋਗ ਇਹ ਖੰਭ ਲਾ ਕੇ ਉਹਦੇ ਕੋਲੋਂ ਦੂਰ ਉੱਡ ਜਾਂਦੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਦੀ ਬਾਣੀ ਸਾਨੂੰ, ਕਿਉਂਕਿ ਮਾਂ ਪਿਓ ਨੇ ਨਾ, ਜਿਹੜੇ ਮਾਂ ਪਿਓ ਬੱਚੇ ਨੂੰ ਹਮੇਸ਼ਾ ਚੰਗੀ ਸਿੱਖਿਆ ਦਿੰਦੇ ਨੇ, ਸਿੱਧੇ ਰਸਤੇ ਪਾਉਂਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਸਾਰਿਆਂ ਦੇ ਹੀ ਮਾਤਾ ਪਿਤਾ ਨੇ, ਸਾਡੇ ਗੁਰੂ ਵੀ ਨੇ। ਤੇ ਗੁਰੂ ਜੀ ਜਦੋਂ ਵੀ ਹੁਕਮਨਾਮਾ ਬਖਸ਼ਦੇ ਨੇ, ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਵੀ ਕੀ ਕਰਿਆ ਕਰ ਮੇਰੇ ਬੱਚੇ, ਮੁੜ ਕੇ ਪਛਤਾਣਾ ਪਵੇ। ਗੁਰੂ ਜੀ ਝਿੜਕਦੇ ਵੀ ਨੇ, ਪਰ ਜਿਨ੍ਹਾਂ ਦੇ ਗੁਰੂ ਦੇ ਚਰਨਾਂ ਨਾਲ ਜਿਨ੍ਹਾਂ ਦਾ ਪਿਆਰ ਹੈ ਨਾ, ਉਹ ਤੇ ਕਹਿੰਦੇ ਨੇ ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ। ਜੇ ਗੁਰੂ ਝਿੜਕਦਾ ਵੀ ਹੈ ਤਾਂ ਨਾ ਉਹਨਾਂ ਨੂੰ ਮਿੱਠਾ ਲੱਗਦਾ ਹੈ, ਕਿਉਂਕਿ ਪਤਾ ਹੈ ਮੇਰਾ ਗੁਰੂ ਜੇ ਮੈਨੂੰ ਝਿੜਕ ਰਿਹਾ ਹੈ ਤੇ ਉਹਦੇ ਵਿੱਚ ਵੀ ਭਲਾ ਤੇ ਮੇਰਾ ਹੀ ਹੈ। ਜੇ ਗੁਰੂ ਕਹਿੰਦਾ ਹੈ ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ, ਤੇ ਭਲਾ ਤੇ ਸਾਡਾ ਹੀ ਹੈ। ਜੇ ਜਪਾਂਗੇ, ਗੁਰੂ ਦੀ ਬਾਣੀ ਪੜਾਂਗੇ, ਤੇ ਗੁਰੂ ਨੇ ਕਿਹੜਾ ਵੱਡਾ ਹੋ ਜਾਣਾ ਹੈ, ਉਹ ਤੇ ਪਹਿਲਾਂ ਹੀ ਬੜਾ ਵੱਡਾ ਹੈ, ਸਮਰੱਥ ਹੈ। ਜੇ ਬਾਣੀ ਨਹੀਂ ਪੜਾਂਗੇ, ਸਿਮਰਨ ਨਹੀਂ ਕਰਾਂਗੇ, ਤੇ ਗੁਰੂ ਦਾ ਕਿਹੜਾ ਕੁਝ ਘਟ ਜਾਣਾ ਹੈ। ਜੇ ਫਾਇਦਾ ਹੈ ਤੇ ਤੇਰਾ ਹੈ, ਜੇ ਨੁਕਸਾਨ ਵੀ ਹੈ ਤੇ ਤੇਰਾ ਹੀ ਹੈ। ਜੇ ਨਹੀਂ ਬਾਣੀ ਪੜੇਗਾ, ਗੁਰੂ ਨੂੰ ਭੁੱਲ ਜਾਵੇਂਗਾ ਤੇ ਘਾਟਾ ਵੀ ਤੇਰਾ ਹੈ। ਜੇ ਜਪੇਗਾ ਤੇ ਫਾਇਦਾ ਵੀ ਤੇਰਾ ਹੈ। ਜੇ ਜਪੇਗਾ ਯਾਦ ਰੱਖ, ਜੇ ਜਪੇਗਾ ਤੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਵੇਂਗਾ, ਗੁਰੂ ਦੀ ਰਹਿਮਤ ਤੇਰੇ ਤੇ ਹੋ ਜਾਵੇਗੀ। ਤੇ ਗੁਰੂ ਜੀ ਜਿੱਥੇ ਪਿਆਰ ਕਰਦੇ ਨੇ ਨਾ, ਉੱਥੇ ਤਾੜਨਾ ਵੀ ਕਰਦੇ ਨੇ। ਆਪਾਂ ਰਹਿਰਾਸ ਸਾਹਿਬ ਦਾ ਪਾਠ ਪੜ੍ਹਦੇ ਹਾਂ ਨਾ ਸਾਰੇ, ਤੇ ਸਤਿਗੁਰੂ ਜੀ ਰਹਿਰਾਸ ਸਾਹਿਬ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ। ਸਤਿਗੁਰੂ ਜੀ ਕਹਿੰਦੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਕਹਿੰਦੇ ਜਿਹੜਾ ਜੀਵ ਗੁਰੂ ਦੇ ਕੋਲੋਂ ਇਹ ਸਰੀਰ ਪ੍ਰਾਪਤ ਕਰਕੇ, ਸਵਾਸ ਲੈ ਕੇ, ਦਾਤਾਂ ਲੈ ਕੇ, ਤੇ ਗੁਰੂ ਦਾ ਨਾਮ ਨਹੀਂ ਜਪਦਾ, ਗੁਰੂ ਦੀ ਸ਼ਰਨ ਵਿੱਚ ਨਹੀਂ ਆਂਦਾ, ਸੰਗਤ ਵਿੱਚ ਨਹੀਂ ਆਂਦਾ, ਸਿਮਰਨ ਨਹੀਂ ਕਰਦਾ, ਪਾਠ ਨਹੀਂ ਕਰਦਾ, ਗੁਰੂ ਦੇ ਦਰਸ਼ਨ ਨਹੀਂ ਕਰਦਾ, ਕਹਿੰਦੇ ਧ੍ਰਿਗ ਜੀਵੇ ਧ੍ਰਿਗ ਜੀਵਾਸ। ਕਹਿੰਦੇ ਹੁਣ ਤੱਕ ਉਹਨੇ ਜਿੰਨਾ ਜੀਵਨ ਜੀ ਲਿਆ ਹੈ ਨਾ, ਕਹਿੰਦੇ ਉਹਦਾ ਧ੍ਰਿਗ ਹੈ, ਤੇ ਜਿੰਨਾ ਅੱਗੇ ਵੀ ਗੁਰੂ ਤੋਂ ਬੇਮੁਖ ਹੋ ਕੇ, ਦੂਰ ਹੋ ਕੇ ਉਹਨਾਂ ਜੀਵਨ ਜੀਣਾ ਹੈ, ਉਹ ਵੀ ਉਹਦਾ ਧ੍ਰਿਗ ਹੈ। ਧ੍ਰਿਗ ਦਾ ਮਤਲਬ ਪਤਾ ਕੀ ਹੈ? ਧ੍ਰਿਗ ਜੀਵੇ ਧ੍ਰਿਗ ਜੀਵਾਸ। ਧ੍ਰਿਗ ਦਾ ਪਿਓਰ ਪੰਜਾਬੀ ਵਿੱਚ ਆਪ ਜੀ ਨੂੰ ਸਮਝਾਉਂਦੇ ਹਾਂ, ਪਿਓਰ ਪੰਜਾਬੀ ਹੈ ਧ੍ਰਿਗ ਦੀ। ਮਹਾਂਪੁਰਸ਼ ਕਹਿਆ ਕਰਦੇ ਸਨ, ਕਹਿੰਦੇ ਕਿਸੇ ਨੂੰ 1000 ਵਾਰੀ ਫਿੱਟੇ ਮੂੰਹ ਫਿੱਟੇ ਮੂੰਹ ਫਿੱਟੇ ਮੂੰਹ 1000 ਵਾਰੀ ਕਹੀਏ ਤੇ ਇੱਕ ਧ੍ਰਿਗ ਬਣਦਾ ਹੈ। ਤੇ ਬਾਣੀ ਵਿੱਚ ਰਹਿਰਾਸ ਸਾਹਿਬ ਦੇ ਪਾਠ ਵਿੱਚ ਸਤਿਗੁਰੂ ਜੀ ਕਹਿੰਦੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ
ਕਹਿੰਦੇ ਫਿੱਟੇ ਮੂੰਹ ਹੈ ਤੇਰੇ ਜਿਉਣ ਦੇ ਜੇ ਤੂੰ ਵਾਹਿਗੁਰੂ ਨੂੰ ਭੁੱਲ ਗਿਆ ਹੈ। ਤੇ ਜੇ ਵਾਹਿਗੁਰੂ ਨੂੰ ਭੁੱਲ ਕੇ ਅੱਗੇ ਵੀ ਤੂੰ ਜਿਹੜਾ ਜੀਵਨ ਜਿਉਣਾ ਹੈ ਉਹ ਵੀ ਤੇਰੇ ਫਿੱਟੇ ਮੂੰਹ ਹੈ ਜਿਉਣ ਦੇ। ਕਈ ਵਾਰੀ ਇੱਥੇ ਤਾਂ ਮੈਨੂੰ ਪਤਾ ਨਹੀਂ, ਇੰਡੀਆ ਵਿੱਚ ਕਈ ਵਾਰੀ ਮਾਂ ਵੀ ਨਾ ਬੱਚਿਆਂ ਨੂੰ ਗੁੱਸੇ ਵਿੱਚ ਜਦੋਂ ਕੋਈ ਮਾੜਾ ਕੰਮ ਕਰ ਦੇਣਾ, ਆਖੇ ਨਾ ਲੱਗਣਾ, ਕੋਈ ਗਲਤ ਕੰਮ ਕਰਦਾ, ਮਾਂ ਵੀ ਕਹਿ ਦਿੰਦੀ ਹੈ ਗੁੱਸੇ, ਫਿੱਟੇ ਮੂੰਹ ਤੇਰੇ ਐਸੇ ਦੇ। ਤੇ ਬਾਣੀ ਵਿੱਚ ਵੀ ਗੁਰੂ ਮਾਤਾ ਪਿਤਾ ਨੇ ਸਾਡੇ, ਤੇ ਗੁਰੂ ਪਿਆਰ ਵੀ ਕਰਦੇ ਨੇ ਤੇ ਸਾਨੂੰ ਤਾੜਨਾ ਵੀ ਕਰਦੇ ਨੇ, ਸਮਝਾਉਂਦੇ ਨੇ। ਜੇ ਸਮਝਾਉਂਦੇ ਨੇ ਤੇ ਭਲਾ ਤੇ ਸਾਡਾ ਹੀ ਹੈ ਨਾ। ਜੇ ਕਿਸੇ ਦੇ ਮਨ ਵਿੱਚ ਇਹ ਪੰਕਤੀ ਸੁਣ ਕੇ ਅਸਰ ਹੋ ਗਿਆ ਤੇ ਹੋ ਸਕਦਾ ਉਹਦਾ ਜੀਵਨ ਬਣ ਜਾਵੇ। ਕਿਉਂਕਿ ਜੇ ਸਤਿਗੁਰ ਦੀ ਸ਼ਰਨ ਵਿੱਚ ਆ ਗਿਆ, ਗੁਰੂ ਵਾਲਾ ਬਣ ਗਿਆ, ਗੁਰੂ ਚਰਨਾਂ ਨਾਲ ਜੁੜ ਗਿਆ, ਜਿਹੜਾ ਗੁਰੂ ਚਰਨਾਂ ਨਾਲ ਜੁੜ ਗਿਆ ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਆਖੋ ਸਤਿਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਨਾਰਦ ਮੁਨੀ ਜੀ ਆਏ। ਨਾਰਦ ਮੁਨੀ ਜੀ ਨੇ ਨਾ ਇੱਕ ਸਾਧੂ ਦਾ ਭੇਸ ਬਣਾਇਆ। ਸਾਧੂ ਦਾ ਭੇਸ ਬਣਾਇਆ ਨਾਰਦ ਮੁਨੀ ਜੀ ਨੇ। ਤੇ ਨਾਰਦ ਮੁਨੀ ਜੀ ਦੇ ਮਨ ਵਿੱਚ ਆਇਆ ਵੀ ਜਦੋਂ ਕਿਸੇ ਨੂੰ ਮਿਲਣ ਜਾਈਏ ਨਾ ਖਾਲੀ ਹੱਥ ਨਹੀਂ ਜਾਈਦਾ। ਨਾਰਦ ਮੁਨੀ ਜੀ ਨੇ ਕੀ ਕੀਤਾ, ਇੱਕ ਨਾ ਆਕਾਸ਼ ਦੇ ਵਿੱਚ ਪੰਛੀ ਰਹਿੰਦਾ ਹੈ, ਆਕਾਸ਼ ਦੇ ਵਿੱਚ ਹੀ ਹਿਮਾਯੂ ਪੰਛੀ ਐਸਾ ਨਾਮ ਹੈ ਉਹਦਾ, ਉਹ ਆਕਾਸ਼ ਵਿੱਚ ਹੀ ਰਹਿੰਦਾ ਹੈ। ਤੇ ਨਾਰਦ ਮੁਨੀ ਜੀ ਇੱਕ ਸੰਤਾਂ ਦਾ ਸਾਧ ਦਾ ਰੂਪ ਬਣਾਇਆ ਹੈ, ਰਿਸ਼ੀ ਮੁਨੀ ਦਾ। ਤੇ ਉਹ ਦੋ ਨਾ ਖੰਭ ਲੈ ਕੇ ਆਏ। ਖੰਭ ਲੈ ਕੇ ਆਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਖੰਭ ਭੇਟਾ ਕੀਤੇ। ਤੇ ਗੁਰੂ ਜੀ ਨੇ ਤੇ ਜਾਨੀ ਜਾਣ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਚਲੋ ਜੀ ਗੁਰੂ ਜੀ ਨਾਲ ਬਚਨ ਬਲਾਸ ਕੀਤੇ। ਨਾਰਦ ਮੁਨੀ ਜੀ ਚਲੇ ਗਏ। ਸਿੰਘ ਕਹਿਣ ਲੱਗੇ ਮਹਾਰਾਜ ਇਹ ਰਿਸ਼ੀ ਜੀ ਕੌਣ ਸੰਗਦੇ, ਦੋ ਖੰਭ ਭੇਟਾ ਕਰ ਗਏ, ਇਹਦਾ ਕੀ ਮਤਲਬ ਹੈ? ਮਹਾਰਾਜ ਜੀ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਐਂ ਕਰੋ ਸਿੰਘੋ, ਇਹਨਾਂ ਖੰਭਾਂ ਨੂੰ ਨਾ ਤੀਰਾਂ ਦੇ ਨਾਲ ਜੜ ਕੇ ਲਿਆਓ। ਸਿੰਘਾਂ ਨੇ ਹੁਕਮ ਦੀ ਪਾਲਣਾ ਕੀਤੀ, ਉਹ ਖੰਭਾਂ ਨੂੰ ਤੀਰਾਂ ਦੇ ਨਾਲ ਬੰਨ੍ਹ ਦਿੱਤਾ। ਤੇ ਸਤਿਗੁਰੂ ਜੀ ਕਹਿਣ ਲੱਗੇ ਸਿੰਘੋ ਹੁਣ ਦੂਰ ਦੂਰ ਜਾ ਕੇ ਨਾ ਖਲੋ ਜਾਓ, ਅਸੀਂ ਤੀਰ ਆਕਾਸ਼ ਵਿੱਚ ਮਾਰਾਂਗੇ, ਛੱਡਾਂਗੇ, ਜਿੱਥੇ ਤੀਰ ਡਿੱਗੇ ਤੇ ਤੀਰ ਚੱਕ ਕੇ ਵਾਪਸ ਲੈ ਕੇ ਆਇਓ। ਤੇ ਹੁਣ ਸਿੰਘ ਦੂਰ ਦੂਰ ਖੜ ਗਏ ਜਾ ਕੇ। ਹੁਣ ਸਤਿਗੁਰੂ ਜੀ ਨੇ ਇੱਕ ਤੀਰ ਆਕਾਸ਼ ਵਿੱਚ ਛੱਡਿਆ। ਹੁਣ ਸਿੰਘ ਦੇਖਦੇ ਨੇ ਤੀਰ ਤਾਂ ਥੱਲੇ ਡਿੱਗਿਆ ਹੀ ਕੋਈ ਨਹੀਂ। ਦੂਸਰਾ ਤੀਰ ਫੇਰ ਸਤਿਗੁਰੂ ਨੇ ਛੱਡਿਆ। ਸਿੰਘ ਫੇਰ ਦੇਖਦੇ ਤੀਰ ਤੇ ਥੱਲੇ ਡਿੱਗਿਆ ਹੀ ਕੋਈ ਨਹੀਂ। ਮੁੜ ਕੇ ਸਿੰਘ ਸਾਰੇ ਇਕੱਠੇ ਹੋ ਕੇ ਆਏ, ਸਤਿਗੁਰੂ ਜੀ ਤੁਸੀਂ ਤੀਰ ਆਕਾਸ਼ ਵਿੱਚ ਛੱਡੇ ਪਰ ਮੁੜ ਕੇ ਥੱਲੇ ਧਰਤੀ ਤੇ ਕੋਈ ਤੀਰ ਡਿੱਗਿਆ ਹੀ ਨਹੀਂ, ਇਹ ਕੀ ਕੌਤਕ ਹੈ? ਮਹਾਰਾਜ ਕਹਿੰਦੇ ਸਿੰਘੋ ਸਾਡੇ ਤੀਰ ਦੇ ਨਾਲ ਜੋ ਤੁਸੀਂ ਖੰਭ ਲਾਏ ਸੀ ਨਾ, ਜੋ ਨਾਰਦ ਮੁਨੀ ਜੀ ਲੈ ਕੇ ਆਏ ਸੀ ਉਹ ਸਾਧੂ, ਉਹ ਖੰਭ ਹਿਮਾਯੂ ਪੰਛੀ ਦੇ ਹਨ ਜੋ ਆਕਾਸ਼ ਵਿੱਚ ਰਹਿੰਦਾ ਹੈ। ਉਸ ਖੰਭਾਂ ਦੀ ਇਹ ਤਸਵੀਰ ਹੈ, ਉਸ ਖੰਭਾਂ ਦੀ ਇਹ ਤਸਵੀਰ ਹੈ ਬਈ ਉਹ ਜਿੱਥੋਂ ਆਏ ਨੇ ਨਾ ਉਹਨਾਂ ਦੇ ਨਾਲ ਜਿਹੜੀ ਚੀਜ਼ ਲੱਗ ਜਾਵੇ ਉਹ ਉੱਥੇ ਹੀ ਲੈ ਜਾਂਦੇ ਨੇ। ਉਹਨਾਂ ਖੰਭਾਂ ਦਾ ਇਹ ਸੁਭਾਅ ਹੈ, ਉਹ ਜਿੱਥੋਂ ਆਏ ਨੇ ਨਾ ਜੇ ਉਹਨਾਂ ਨਾਲ ਕੋਈ ਚੀਜ਼ ਅਟੈਚ ਹੁੰਦੀ ਹੈ ਤੇ ਉਹਨੂੰ ਵੀ ਉਹ ਉੱਥੇ ਹੀ ਲੈ ਜਾਂਦੇ ਨੇ। ਤੇ ਗੁਰੂ ਜੀ ਦੇ ਸਮਝਾਉਣ ਦਾ ਤਰੀਕਾ, ਕਹਿਣ ਲੱਗੇ ਸਿੰਘੋ ਬਾਣੀ ਕਿੱਥੋਂ ਆਈ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਆਪਾਂ ਕਹਿੰਦੇ ਹਨ ਧੁਰ ਕੀ ਬਾਣੀ ਆਈ। ਧੁਰ ਕੀ ਬਾਣੀ ਮਤਲਬ ਧੁਰ ਦਰਗਾਹ ਦੇ ਵਿੱਚੋਂ ਨਿਰੰਕਾਰ ਦੇ ਕੋਲੋਂ ਬਾਣੀ ਆਈ ਹੈ। ਧੁਰ ਕੀ ਬਾਣੀ ਆਈ। ਸਤਿਗੁਰੂ ਜੀ ਕਹਿੰਦੇ ਸਿੰਘੋ
ਬਾਣੀ ਦਾ ਇੱਕ ਇੱਕ ਅੱਖਰ ਹਿਮਾਇਓ ਪੰਛੀ ਦਾ ਖੰਭ ਹੈ। ਨਿਰੰਕਾਰ ਦੇ ਕੋਲੋਂ ਬਾਣੀ ਆਈ ਹੈ, ਜਿਸ ਹਿਰਦੇ ਵਿੱਚ ਵਸ ਜਾਂਦੀ ਹੈ ਨਾ, ਨਿਰੰਕਾਰ ਦੇ ਕੋਲ ਲੈ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਿਰੰਕਾਰ ਦੇ ਨਾਲ ਮੇਲਾ ਕਰਵਾ ਦਿੰਦੀ ਹੈ ਬਾਣੀ। ਪੜ੍ਹਦੇ ਹਨ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਸਾਰੀਆਂ ਚਿੰਤਾ ਦਾ ਨਾਸ ਵੀ ਕਰਦੀ ਹੈ ਤੇ ਨਿਰੰਕਾਰ ਦੇ ਕੋਲੋਂ ਬਾਣੀ ਆਈ ਹੈ, ਨਿਰੰਕਾਰ ਦੇ ਕੋਲ ਲੈ ਜਾਂਦੀ ਹੈ। ਸੋ ਪਿਆਰਿਓ, ਬਾਣੀ ਜਿੱਥੇ ਸਤਿਗੁਰ ਜੀ ਪਿਆਰ ਕਰਦੇ ਨੇ ਉੱਥੇ ਤਾੜਨਾ ਵੀ ਕਰਦੇ ਨੇ। ਜੇ ਤਾੜਨਾ ਕਰਦੇ ਨੇ ਉਹਦੇ ਵਿੱਚ ਭਲਾ ਸਾਡਾ ਹੀ ਹੈ, ਸਾਨੂੰ ਹੀ ਸਮਝਾਉਂਦੇ ਨੇ ਵੀ ਸਾਡਾ, ਕਿਉਂਕਿ ਸਤਿਗੁਰੂ ਜੀ ਨੂੰ ਪਤਾ ਹੈ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਕਿ ਜਨਮ ਮਰਨ ਦਾ ਗੇੜ ਬੜਾ ਲੰਬਾ ਹੈ, ਮੁੜ ਕੇ ਪਤਾ ਨਹੀਂ ਇਹ ਜੀਵਨ ਮਿਲਣਾ ਹੈ ਜਾਂ ਨਹੀਂ, ਪਤਾ ਨਹੀਂ ਪਿੱਛੇ ਕਿਹੜੀਆਂ ਕਿਹੜੀਆਂ ਜੂਨਾਂ 'ਚੋਂ ਨਿਕਲ ਕੇ ਆਏ ਹਾਂ। ਸਤਿਗੁਰੂ ਜੀ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਬਈ ਜਾਂ ਤੈਨੂੰ ਐਤਕੀ ਮਨੁੱਖਾ ਜਨਮ ਦਿੱਤਾ, ਇਸੇ ਜਨਮ ਵਿੱਚ ਪ੍ਰਮਾਤਮਾ ਦੀ ਬੰਦਗੀ ਕਰਕੇ, ਵਾਹਿਗੁਰੂ ਦੀ ਬੰਦਗੀ ਕਰਕੇ ਇਸ 84 ਤੋਂ ਛੁਟਕਾਰਾ ਪਾ ਲੈ, ਜਨਮ ਮਰਨ ਤੋਂ ਮੁਕਤ ਹੋ ਜਾ। ਪਰ ਜੇ ਹੁਣ ਵੀ ਬੰਦਗੀ ਨਾ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਯਾਦ ਰੱਖ ਉਹ ਜੂਨਾਂ ਫੇਰ ਅੱਗੇ ਖੜੀਆਂ ਨੇ। ਆਖੋ ਸਤਨਾਮ ਸ੍ਰੀ। ਫਿਰ ਤੈਨੂੰ 84 ਵਿੱਚ ਭਟਕਣਾ ਪਵੇਗਾ। ਇਸੇ ਕਰਕੇ ਸਤਿਗੁਰੂ ਜੀ ਸਮਝਾ ਰਹੇ ਨੇ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਹਮ ਐਸੇ ਅਪਰਾਧੀ ਦਾਤਾ ਸੀ, ਐਸੇ ਪਾਪੀ ਹਾਂ, ਤੇਰੇ ਕੋਲੋਂ ਹੀਰਿਆਂ ਵਰਗਾ ਅਮੋਲਕ ਜਨਮ ਅਮੋਲਕ ਸਵਾਸ ਲੈ ਕੇ ਫਿਰ ਵੀ ਤੇਰੀ ਬੰਦਗੀ ਨਹੀਂ ਕਰਦੇ, ਫਿਰ ਸਾਡੇ ਵਰਗਾ ਪਾਪੀ ਕੌਣ ਹੋ ਸਕਦਾ ਹੈ।